बट मेरा तो सिर्फ यही कहना आ भी गुरदास मान साहब ने जो अपनी ज़िंदगी दे विच पंजाब नूं दिता है और पंजाब जे जानिया जाता है मतलब गुरदास मान साहब जिथे खड़े ने पंजाब पंजाब गुरदास मान साहब मतलब यही जी एक रिप्रजेंटेशन दिती है। ने वो ਜਿਹੜੇ ਮਾਂ ਬੋਲੀ ਦੇ ਠੇਕੇਦਾਰ ਉਹਨਾਂ ਨੇ ਵਰਡ ਯੂਜ਼ ਕੀਤਾ ਕਿਹੜੇ ਨੇ ਮੈਨੂੰ ਪਹਿਲੇ ਸਾਹਮਣੇ ਆਣ ਜਿਹੜੇ ਮਾਂ ਬੋਲੀ ਦੇ ਠੇਕੇਦਾਰ ਨੇ ਜਿਹੜੇ ਮੇਰੇ ਤੇ ਸਵਾਲ ਕਰ ਰਹੇ। बिल्कुल सही किया उन्होंने, बिल्कुल सही किया जिन्होंने आप नहीं कुछ भी किया जिंदगी दे विच कदी भी मां बोली दे उत्ते क्वेश्चन नहीं चक्या अपने बच्चों वाल भी नहीं मैनूं लगदा उन्होंने वेख्या होना भी स्कूल च पढ़ाउंदे की है ते की नहीं पढ़ाउंदे उन्हां नूं सिर्फ फेसबुकां ते कमेंट करने आउंदे आ दूजियां ते क्वेश्चन चकना आउंदा आ दिस इज़ रॉन्ग। देखो मेरी गल सुनो मां नूं ਜਿਹੜੇ गंदे लोग ना ਜਿਹੜੇ ਆਪਣੇ ਆਪ ਨੂੰ ਕਿਸੇ ਵੀ ਕੋਈ ਕਹਿੰਦਾ ਮੈਂ ਧਰਮ ਦਾ ਠੇਕੇਦਾਰ ਹਾਂ ਕੋਈ ਕਹਿੰਦਾ ਮੈਂ ਲੈਂਗੁਏਜ ਦਾ ਠੇਕੇਦਾਰ ਹਾਂ ਪਹਿਲੋਂ ਤਾਂ ਇਹਨਾਂ ਨੂੰ ਐਟਲੀਸਟ ਆਪਣੇ ਅੰਦਰ ਝਾਕ ਕੇ ਵੇਖਣਾ ਚਾਹੀਦਾ ਕਿ ਆਪਣੇ ਖੁਦ ਦੀ ਚੰਗੀ ਸ਼ਖਸੀਅਤ ਦੇ ਠੇਕੇਦਾਰ ਹੈਗੇ ਹੈ ਕਿ ਨਹੀਂ ਹੈਗੇ। ਤੁਸੀਂ ਕੌਣ ਹੁੰਦੇ ਹੋ ਇਸ ਗੱਲ ਦੇ ਉੱਤੇ ਕੁਐਸਚਨ ਚੱਕਣ ਵਾਲੇ? ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਜਾਓ ਆਪਣੇ ਆਪ ਨਾਲ ਮਤਲਬ ਰੱਖੋ। ਤੁਸੀਂ ਕਿਉਂ ਦੂਜਿਆਂ ਦੇ ਵਿੱਚ ਝਾਕਦੇ ਹੋ ਜਾ ਕੇ? अपनी भगती वाल ध्यान दो अपने रब नूं तिहाओ। तुहानूं किसी ने कहा उत्थे बुलाया किसी ने कहा गद्दार मैं वही तो कह रही हाँ गुरदास मान साहब नूं कहा गया मैनूं कहा गया मैनूं सारे कहंदे ने बट इन्हां दे कहण नाल मैं गद्दार थोड़ा हो जाना है। सिद्धू मूसेवाले नूं गद्दार कहा गया की गल इन्हां दे कहण नाल गद्दार हो गया? की कर रहे ने की किया पिंडां दे विच स्कूलों गरीब बच्चों वास्ते उन्होंने इन्ना SGPC दे कोल पैसा है सैकेंड गवर्नमेंट कहंदे है पंजाब दे विच SGPC नूं की किया पिंडां दे विच जे SGPC ने चंगे तरीके दे नाल काम कीता हुंदा अज सारे जिन्ने भी साडा यूथ आ सारियां दे सिर दे उत्ते दस्तारां सजियां हुंदियां। ਗੁਰਦਾਸ ਮਾਨ ਦੇ ਨਵੇਂ ਗੀਤ ਦੇ ਨਾਲ ਇੱਕ ਨਵੀਂ ਕੰਟਰੋਵਰਸੀ ਪੈਦਾ ਹੋਈ ਹੈ ਕਿਉਂਕਿ ਬੀਤੇ ਕੁਝ ਸਮੇਂ ਦੇ ਵਿੱਚ ਗੁਰਦਾਸ ਮਾਨ ਸਾਹਿਬ ਦਾ ਬਹੁਤ ਵੱਡਾ ਵਿਰੋਧ ਹੋਇਆ ਸੀ ਲੇਕਿਨ ਅੱਜ ਅਸੀਂ ਗੱਲਬਾਤ ਕਰਾਂਗੇ ਸੋਨੀਆ ਮਾਨ ਹਰਾਂ ਦੇ ਨਾਲ ਜੋ ਕਿ ਅੰਮ੍ਰਿਤਸਰ ਦੇ ਹੀ ਵਾਸੀ ਨੇ ਤਾਂ ਅਕਸਰ ਚਰਚਾ ਕਰਦੇ ਨੇ ਤੇ ਅੱਜ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ। ਮੈਮ ਸੁਣੋ ਪੰਜਾਬੀ ਦੋਸਤੋ ਕੀ ਕਹਿਣਾ ਚਾਹੋਗੇ ਗੁਰਦਾਸ ਮਾਨ ਸਾਹਿਬ ਦੇ ਇਸ ਗਾਣੇ ਤੇ? ਵੇਖੋ ਜੀ ਮੈਂ ਤੇ ਗੁਰਦਾਸ ਮਾਨ ਜੀ ਦੀ ਬਹੁਤ ਰਿਸਪੈਕਟ ਕਰਦੀ ਹਾਂ और मैं उन्होंने बहुत वड्डी फैन भी हाँ बिकॉज उन्होंने हमेशा पंजाबी कल्चर नू रिप्रजेंट किया है पंजाबी लैंग्वेज नू रिप्रजेंट किया है भावें देश विदेश की गल करिए भावें पंजाबी पहरावे की गल की जाए मतलब गुरदास मान साहब पंजाबीयत ਦੇ ਨਾਲ ਇੱਕ ਮੁੱਢਲਾ ਬੋਰਡ ਜਿਹਨੂੰ ਕਹਿ ਸਕਦੇ ਹਾਂ ਉਹ ਕਹਿਲਾਉਂਦੇ ਨੇ ਔਰ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੇ ਪੰਜਾਬੀ ਪਰ ਇਸ ਵਾਰ ਜਿਹੜਾ ਉਹਨਾਂ ਦਾ ਗਾਣਾ ਆਇਆ ਉਹਨਾਂ ਨੇ ਆਪਣੀ ਫਰਸਟ੍ਰੇਸ਼ਨ ਜ਼ਾਹਰ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ ਫਰਸਟ੍ਰੇਸ਼ਨ ਨਹੀਂ ਤੁਸੀਂ ਕਹਿ ਸਕਦੇ ਆਪਣਿਆਂ ਨੂੰ ਫੀਲਿੰਗਸ ਜ਼ਾਹਿਰ ਕੀਤੀਆਂ ਨੇ ਆਪਣੇ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਗੱਲਾਂ ਨੇ ਮੈਂ ਨਹੀਂ ਕਹਿ ਸਕਦੀ ਆਪਣੇ ਲੋਕਾਂ ਦੇ ਕਿਉਂਕਿ ਅਸੀਂ ਪਿੰਡ ਦੇ ਵਿੱਚ ਵੀ ਆਉਂਦੇ ਇੱਥੇ ਲੋਕਾਂ ਦੇ ਮਨ 'ਚ ਕੁਛ ਨਹੀਂ ਹੈਗਾ। ਇਹ ਜਿਹੜਾ ਸੋਸ਼ਲ ਮੀਡੀਆ ਹੈ ਨਾ ਇਹ ਇੱਕ ਅਲੱਗ ਤਰ੍ਹਾਂ ਦਾ ਸਿਸਟਮ ਚੱਲਦਾ ਹੈ ਜਿੱਥੇ IT ਸੈੱਲ ਚੱਲਦੇ ਨੇ ਬਹੁਤ ਸਾਰੇ ਗਵਰਨਮੈਂਟ ਦੇ ਬਹੁਤ ਸਾਰੇ ਪੋਲੀਟੀਕਲ ਪਾਰਟੀਜ਼ ਦੇ ਬਹੁਤ ਸਾਰੇ ਕੱਟੜਪੰਥੀ ਵਾਲਿਆਂ ਦੇ ਜਿਹੜੇ ਕਿ ਇੱਕ ਆਪਣੀ ਹੀ ਮੂਵਮੈਂਟ ਕ੍ਰੀਏਟ ਕਰ ਲੈਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਦ ਕਿ ਉਹ ਗਰਾਊਂਡ ਜੇ ਜਾ ਕੇ ਤੁਸੀਂ ਪਿੰਡਾਂ ਦੇ ਵਿੱਚ ਵੇਖੋਗੇ ਤੇ ਗੁਰਦਾਸ ਮਾਨ ਦਾ ਇਹੋ ਜਿਹਾ ਕੋਈ ਵਿਰੋਧ ਨਹੀਂ ਹੈਗਾ ਸਾਡੇ ਪਿੰਡ ਤੇ ਕੁਛ ਨਹੀਂ ਕੋਈ ਗੱਲ ਵੀ ਨਹੀਂ ਕਰਦਾ ਵਿਚਾਰਾ। ਇੱਕ ਗੱਲ ਉਹ ਆਪਣੇ ਗੀਤਾਂ 'ਚ ਕਹਿ ਰਹੇ ਨੇ ਕਿ ਉਹ ਦੱਸੋ ਪਹਿਲੇ ਕੌਣ ਨੇ ਜਿਹੜੇ ਮਾਂ ਬੋਲੀ ਦੇ ਗੱਦਾਰ ਜਾਂ ਉਹਨਾਂ ਨੂੰ ਜਿਹੜੇ ਗੱਦਾਰ ਕਹਿ ਰਹੇ ਨੇ? ਉਹ ਹੀ ਤੇ ਬਿਲਕੁਲ ਸਹੀ ਕੁਐਸਚਨ ਪੁੱਛ ਰਹੇ ਨੇ ਜਿਹੜੇ ਇਨਸਾਨ ਨੇ ਆਪ ਨਹੀਂ ਕੁਛ ਕੀਤਾ ਕਦੀ ਪੰਜਾਬੀਅਤ ਵਾਸਤੇ ਮਹਾਂ ਬੋਲੀ ਵਾਸਤੇ ਉਹ ਤੁਸੀਂ ਉਸ ਬੰਦੇ ਨੂੰ ਕੁਐਸਚਨ ਪੁੱਛ ਰਹੇ ਹੋ ਜਿਹਨੇ ਆਪਣੀ ਸਾਰੀ ਜ਼ਿੰਦਗੀ ਮਹਾਂ ਬੋਲੀ ਵਾਸਤੇ ਦੇ ਦਿੱਤੀ ਸੋ ਦਿਸ ਇਜ਼ ਰੋਂਗ। ਬਟ ਮੈਮ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਮਾਸਟਰ ਪ੍ਰੋਫੈਸਰ ਜਗਰੂਪ ਸਿੰਘ ਉਹਨਾਂ ਦੀ ਗੱਲ ਆਉਂਦੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵੇਖੋ ਜੀ ਆਪੋ ਹਰ ਇੱਕ ਇਨਸਾਨ ਦੇ ਆਪੋ ਆਪਣੇ ਵਿਊਜ਼ ਨੇ ਹਰ ਇੱਕ ਇਨਸਾਨ ਦੀ ਆਪੋ ਆਪਣੀ ਕਹਿਣੀ ਹੈ ਹੈ ਨਾ ਬਟ ਮੇਰਾ ਤਾਂ ਸਿਰਫ ਇਹੀ ਕਹਿਣਾ ਆ ਵੀ ਗੁਰਦਾਸ ਮਾਨ ਸਾਹਿਬ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬ ਨੂੰ ਦਿੱਤਾ ਹੈ ਔਰ ਪੰਜਾਬ ਜੇ ਜਾਣਿਆ ਜਾਂਦਾ ਹੈ ਮਤਲਬ ਗੁਰਦਾਸ ਮਾਨ ਸਾਹਿਬ ਜਿੱਥੇ ਖੜੇ ਨੇ ਪੰਜਾਬ ਪੰਜਾਬ ਗੁਰਦਾਸ ਮਾਨ ਸਾਹਿਬ ਮਤਲਬ ਇਹ ਜੀ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਦੁਨੀਆ ਭਰ ਦੇ ਵਿੱਚ ਤੇ ਆਪਾਂ ਨੂੰ ਇਹ ਜਿਹੇ ਰਿਸਪੈਕਟਡ ਬੰਦੇ ਦੇ ਬਾਰੇ ਬੋਲਣਾ ਗਲਤ ਗੱਲ ਹੈ। ਉਹਨਾਂ ਦਾ ਜਿਹੜਾ ਵਿਰੋਧ ਹੋਇਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਕਿਉਂਕਿ ਬਹੁਤ ਸਾਰਾ ਵਿਰੋਧ ਹੋਇਆ ਕਿਉਂਕਿ ਉਹਨਾਂ ਨੇ ਕਿਹਾ ਵਨ ਨੇਸ਼ਨ ਵਨ ਲੈਂਗੁਏਜ ਕਿਆ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਦੇਖੋ ਮੇਰੀ ਗੱਲ ਸੁਣੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇੰਡੀਆ ਦੇ ਵਿੱਚ ਜੇ ਆਪਾਂ
ਡਿਫਰੈਂਟ ਸਟੇਟਸ ਦੇ ਵਿੱਚ ਜਾਂਦੇ ਹਾਂ, ਹਰ ਇੱਕ ਸਟੇਟ ਦੀ ਆਪਣੀ ਲੈਂਗੁਏਜ ਹੈ। ਪੰਜਾਬ ਦੀ ਪੰਜਾਬੀ ਲੈਂਗੁਏਜ ਹੈ, ਹਰਿਆਣੇ ਚਲ ਜਾਓ ਹਰਿਆਣਵੀ ਲੈਂਗੁਏਜ ਹੈ, ਬਟ ਆਪਣਾ ਮੀਡੀਅਮ ਕੀ ਹੈ ਗੱਲ ਕਰਨ ਦਾ ਆਪਸ ਦੇ ਵਿੱਚ ਆਪਣਾ। ਤੁਸੀਂ ਵਨ ਨੇਸ਼ਨ ਵਨ ਲੈਂਗੁਏਜ ਤੇ ਮੈਂ ਵਨ ਨੇਸ਼ਨ ਵਨ ਲੈਂਗੁਏਜ ਦੇ ਉੱਤੇ ਆਊਂਗੀ, ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਪਹਿਲਾਂ ਐਕਸਪਲੇਨ ਕਰਦਾ ਬਿਕਾਜ਼ ਇਸ ਗੱਲ ਦੇ ਉੱਤੇ ਵੀ ਬਹੁਤ ਸਾਰੇ ਲੋਕੀ ਕੰਟਰੋਵਰਸ਼ੀਅਲ ਹੋ ਜਾਂਦੇ ਨੇ, ਬਹੁਤ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਹੈਦਰਾਬਾਦ, ਕੇਰਲਾ, ਹਰ ਕਿਤੇ ਆਪੋ ਆਪਣੀ ਲੈਂਗੁਏਜ ਯੂਜ਼ ਕਰਦੇ ਨੇ, ਹੈ ਨਾ। ਅਸੀਂ ਉੱਥੇ ਚੱਲ ਜਾਈਏ ਅਤੇ ਉਹ ਪੰਜਾਬੀ 'ਚ ਗੱਲ ਨਹੀਂ ਕਰਦੇ, ਨਾ ਉਹ ਹਿੰਦੀ 'ਚ ਜ਼ਿਆਦਾ ਗੱਲ ਕਰਦੇ, ਉਹ ਇੰਗਲਿਸ਼ 'ਚ ਗੱਲ ਕਰਨਗੇ, ਠੀਕ ਹੈ ਸਾਡੇ ਨਾਲ। ਹੁਣ ਬਹੁਤ ਸਾਰੇ ਲੋਕ ਇੰਗਲਿਸ਼ 'ਚ ਕੰਫਰਟੇਬਲ ਨਹੀਂ ਹੁੰਦੇ ਗੱਲ ਕਰਨ ਵਾਸਤੇ। ਹੁਣ ਇੰਗਲਿਸ਼ ਇਜ਼ ਅ ਇੰਟਰਨੈਸ਼ਨਲ ਲੈਂਗੁਏਜ, ਬਟ ਸਾਰੇ ਨਹੀਂ ਕੰਫਰਟੇਬਲ ਫੀਲ ਹੁੰਦੇ। ਹੁਣ ਪੰਜਾਬੀ ਦੇ ਨਾਲ ਮਿਲਦੀ ਜੁਲਦੀ ਲੈਂਗੁਏਜ ਹੈ ਹਿੰਦੀ, ਜਿਹੜੀ ਕਿ ਸਾਰੀਆਂ ਸਟੇਟਾਂ ਦੇ ਵਿੱਚ ਚੱਲਦੀ ਹੈ, ਔਰ ਬਾਲੀਵੁੱਡ ਹਿੰਦੀ ਫਿਲਮਾਂ ਸਾਰੇ ਇੰਡੀਆ ਦੇ ਵਿੱਚ ਆਉਂਦੀਆਂ ਨੇ। ਸੋ ਉਹਨਾਂ ਨੂੰ ਇੱਕ ਹਿੰਦੀ ਲੈਂਗੁਏਜ ਨੂੰ ਇੱਕ ਕਾਮਨ ਲੈਂਗੁਏਜ ਸਮਝਿਆ ਗਿਆ ਆ, ਕਿ ਜਿਹੜਾ ਇੱਕ ਮੀਡੀਅਮ ਆ ਗੱਲ ਕਰਨ ਦਾ। ਲਾਈਕ ਜਿਵੇਂ ਹੁਣ ਕਿਸਾਨ ਅੰਦੋਲਨ 'ਚ ਲਾ ਲਓ, ਹਰਿਆਣੇ ਦੇ ਨਾਲ ਕਿਸੇ ਨੇ ਗੱਲ ਕਰਨੀ ਸੀਗੀ, ਹਰਿਆਣਾ ਦੇ ਵਿੱਚ ਜਿਹੜੇ ਲੋਕੀ ਸੀਗੇ ਉਹ ਹਰਿਆਣਵੀ ਟਿਪੀਕਲ ਬੋਲਣਗੇ ਅਤੇ ਆਪਣੇ ਪਿੰਡ ਦੇ ਬਾਪੂਆਂ ਨੂੰ ਨਹੀਂ ਸਮਝ ਲੱਗੂਗੀ। ਇੱਥੋਂ ਦੇ ਠੇਠ ਪੰਜਾਬੀ ਬੋਲਣਗੇ, ਉਹਨਾਂ ਨੂੰ ਨਹੀਂ ਸਮਝ ਲੱਗੂਗੀ, ਉੱਧਰ ਦੀ ਬਾਗੜੀ ਸਾਨੂੰ ਨਹੀਂ ਸਮਝ ਲੱਗੂਗੀ। ਸੋ ਮੀਡੀਅਮ ਕੀ ਸੀਗਾ ਕਨਵਰਸੇਸ਼ਨ ਦਾ? ਮੀਡੀਅਮ ਕੀ ਸੀਗਾ? ਹਿੰਦੀ। ਜਿੱਥੇ ਸਾਡੇ ਬਜ਼ੁਰਗ ਵੀ ਹਿੰਦੀ ਬੋਲਦੇ ਹੋਏ ਨਜ਼ਰ ਆਉਂਦੇ ਸੀਗੇ, ਬਿਕਾਜ਼ ਵੀ ਨੀਡ ਟੂ ਕਮਿਊਨੀਕੇਟ, ਹੈ ਨਾ। ਅਤੇ ਉਹਦੇ ਵਿੱਚ ਉਹਨਾਂ ਨੇ ਕੋਈ ਪੰਜਾਬੀ ਮਹਾਂ ਬੋਲੀ ਨੂੰ ਨਹੀਂ ਕੁਛ ਗਲਤ ਕਿਹਾ, ਉਹਨਾਂ ਨੇ ਕਿਹਾ ਕਿ ਇੱਕ ਲੈਂਗੁਏਜ ਆ ਜਿਹੜੀ ਕਿ। ਫਿਰ ਵਿਰੋਧ ਕਿਉਂ ਹੋਇਆ ਉਹਨਾਂ ਦਾ? ਵੇਖੋ ਮੈਨੂੰ ਨਹੀਂ ਪਤਾ, ਲੋਕਾਂ ਦਾ ਕੰਮ ਹੈ। ਜਿਹੜੇ ਮੈਂ ਤੁਹਾਨੂੰ ਕੀ ਕਿਹਾ, ਗਰਾਊਂਡ ਰਿਐਲਿਟੀ ਡਿਫਰੈਂਟ ਹੈ, ਸੋਸ਼ਲ ਮੀਡੀਆ ਡਿਫਰੈਂਟ ਹੈ। ਪਰ ਉਹੀ ਕੁਐਸਚਨ ਉਹ ਕਰ ਰਹੇ ਨੇ ਕਿ ਕਿਹੜੇ ਨੇ ਉਹ ਜਿਹੜੇ ਮਾਂ ਬੋਲੀ ਦੇ ਠੇਕੇਦਾਰ, ਉਹਨਾਂ ਨੇ ਵਰਡ ਯੂਜ਼ ਕੀਤਾ, ਕਿਹੜੇ ਨੇ ਮੈਨੂੰ ਪਹਿਲੇ ਸਾਹਮਣੇ ਆਉਣ ਜਿਹੜੇ ਮਾਂ ਬੋਲੀ ਦੇ ਠੇਕੇਦਾਰ ਨੇ, ਜਿਹੜੇ ਮੇਰੇ ਤੇ ਸਵਾਲ ਕਰ ਰਹੇ ਨੇ। ਬਿਲਕੁਲ ਸਹੀ ਕਿਹਾ ਉਹਨਾਂ ਨੇ, ਬਿਲਕੁਲ ਸਹੀ ਕਿਹਾ। ਜਿਨ੍ਹਾਂ ਨੇ ਆਪ ਨਹੀਂ ਕੁਛ ਵੀ ਕੀਤਾ ਜ਼ਿੰਦਗੀ ਦੇ ਵਿੱਚ, ਕਦੀ ਵੀ ਮਾਂ ਬੋਲੀ ਦੇ ਉੱਤੇ ਕੁਐਸਚਨ ਨਹੀਂ ਚੱਕਿਆ। ਆਪਣੇ ਬੱਚਿਆਂ ਵੱਲ ਵੀ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਵੇਖਿਆ ਹੋਣਾ ਵੀ ਸਕੂਲ 'ਚ ਪੜ੍ਹਾਉਂਦੇ ਕੀ ਆ ਅਤੇ ਕੀ ਨਹੀਂ ਪੜ੍ਹਾਉਂਦੇ। ਉਹਨਾਂ ਨੂੰ ਸਿਰਫ ਫੇਸਬੁੱਕਾਂ 'ਤੇ ਕਮੈਂਟ ਕਰਨੇ ਆਉਂਦੇ ਆ, ਦੂਜਿਆਂ 'ਤੇ ਕੁਐਸਚਨ ਚੱਕਣਾ ਆਉਂਦਾ ਆ। ਦਿਸ ਇਜ਼ ਰੋਂਗ, ਐਵੇਂ ਨਹੀਂ ਕਰ ਸਕਦੇ ਤੁਸੀਂ। ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਤੁਸੀਂ ਵੀ ਕਿਸਾਨੀ ਅੰਦੋਲਨ ਦਾ ਪਾਰਟ ਸੀ, ਅਸੀਂ ਵੀ ਉੱਥੇ ਸੀ, ਕਵਰੇਜ ਕਰਦੇ ਸਨ। ਬਟ ਉਸ ਵੇਲੇ ਗੁਰਦਾਸ ਮਾਨ ਸਾਹਿਬ ਨਾਲ ਹੂਟਿੰਗ ਕੀਤੀ ਗਈ, ਉਹਨਾਂ ਨੂੰ ਸਟੇਜ ਦੇ ਉੱਤੋਂ ਜਿਹੜਾ ਹੈ ਬਹੁਤ ਜ਼ਿਆਦਾ ਇੱਕ ਜਿਹੜਾ ਕਿਹਾ ਜਾਵੇ ਰੋਸ਼ ਉਹਨਾਂ ਨੂੰ ਜ਼ਾਹਰ ਕਰਨਾ ਪਿਆ, ਉਹਨਾਂ ਨੂੰ ਜਿਹੜਾ ਵਿਰੋਧ ਹੋਇਆ ਉਹਨਾਂ ਦਾ। ਗਲਤ ਆ, ਜਿਹੜੇ ਕਿਸੇ ਦੇ ਨਾਲ ਇਸ ਤਰੀਕੇ ਦਾ ਬਦਸਲੂਕੀ ਕਰਦੇ ਨੇ ਉਹ ਗਲਤ ਆ, ਨਹੀਂ ਕਰਨੀ ਚਾਹੀਦੀ। ਮੈਂ ਸਿੰਘੂ ਬਾਰਡਰ 'ਤੇ ਨਹੀਂ ਸੀਗੀ, ਜੇ ਮੈਂ ਹੁੰਦੀ ਤਾਂ ਮੈਂ ਉਹਨਾਂ ਦੇ ਬਰਖਲਾਫ ਬੋਲਦੀ, ਬਿਕਾਜ਼ ਇਹ ਗਲਤ ਆ। ਕਿਸੇ ਦੀ ਵੀ ਡਿਸਰਿਸਪੈਕਟ ਕਰਨਾ ਗਲਤ ਹੈ। ਮਤਲਬ ਉਹ ਡਿਸਰਿਸਪੈਕਟ, ਲਾਈਕ ਮੈਂ ਵੀ ਅੱਜ ਕਿਸੇ ਵੀ ਇਨਸਾਨ ਨੂੰ ਉਹਨਾਂ ਦੇ ਐਕਸਪੀਰੀਅੰਸ ਨੂੰ, ਉਹਨਾਂ ਦੀ ਲਾਈਫ ਨੂੰ ਕੁਐਸਚਨ ਨਹੀਂ ਕਰ ਸਕਦੀ, ਕਿਉਂਕਿ ਹਰ ਇੱਕ ਬੰਦੇ ਨੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਕੁਝ ਕੀਤਾ ਹੁੰਦਾ ਹੈ ਸੋਸਾਇਟੀ ਵਾਸਤੇ। ਤੁਸੀਂ ਐਵੇਂ ਮੂੰਹ ਚੁੱਕ ਕੇ ਅੱਜ ਤੁਸੀਂ ਬੋਲਣਾ ਸ਼ੁਰੂ ਕਰ ਦਿਓ, ਦੈਟਸ ਬੈਡ। ਬਟ ਉਸ ਵੇਲੇ ਬੋਲਿਆ ਗਿਆ ਉਹਨਾਂ ਦੇ ਖਿਲਾਫ, ਕਿਉਂਕਿ ਸਿੰਘੂ ਮੋਰਚੇ 'ਤੇ ਮੈਂ ਮੌਜੂਦ ਸੀਗਾ ਜਿਸ ਵੇਲੇ ਉਹ ਆਉਂਦੇ ਨੇ, ਤੇ ਇੱਕਦਮ ਗਲਤ ਆ। ਉਹ ਗਲਤ ਲੋਕੀ ਨੇ ਜਿਹੜੇ ਇਹ ਹੈ ਤੇ ਕਿਸਾਨ ਅੰਦੋਲਨ ਦਾ। ਵੇਖੋ ਮੇਰੀ ਗੱਲ ਸੁਣੋ, ਕਿਸਾਨ ਅੰਦੋਲਨ ਦੇ ਵਿੱਚ ਤੇ ਬਹੁਤ ਤਰ੍ਹਾਂ ਦੇ ਲੋਕੀ ਆਏ ਸੀਗੇ, ਚੰਗੇ ਵੀ ਆਏ ਸੀਗੇ, ਮਾੜੇ ਵੀ ਆਏ ਸੀਗੇ। ਕਿਸਾਨ ਅੰਦੋਲਨ ਖਰਾਬ ਕਰਨ ਵਾਸਤੇ ਵੀ ਆਏ ਸੀਗੇ, ਯੂਨਿਟੀ ਵਾਸਤੇ ਵੀ ਆਏ ਸੀਗੇ। ਇਹੋ ਜਿਹੇ ਲੋਕੀ ਵੀ ਸੀਗੇ ਜਿਹੜਾ ਪਿਆਰ ਦਾ ਰਿਸ਼ਤਾ ਬਣਾਉਣਾ ਚਾਹੁੰਦੇ ਸੀਗੇ, ਜਿਹੜੇ ਨਫ਼ਰਤ ਨੂੰ ਭੁਲਾਉਣਾ ਚਾਹੁੰਦੇ ਸੀਗੇ, ਜਿਹੜੇ ਸਿਰਫ ਚੰਗੀ ਸਿੱਖਿਆ ਦੇਣਾ ਚਾਹੁੰਦੇ ਸੀਗੇ। ਆਪਾਂ ਪੋਜ਼ੀਟਿਵ ਗੱਲਾਂ ਵੱਲ ਧਿਆਨ ਦੇਈਏ। ਬਾਕੀ ਹਾਂ, ਜਿਹੜੇ ਇਹ ਸ਼ਰਾਰਤੀ ਅੰਤਰ ਹੁੰਦੇ ਆ, ਇਹ ਕਿਸੇ ਵੀ ਤਰੀਕੇ ਦੇ ਨਾਲ ਅੰਦੋਲਨ ਵੀ ਖਰਾਬ ਕਰਨਾ ਚਾਹੁੰਦੇ ਆ, ਪੰਜਾਬ ਦਾ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਆ। ਸੋਸ਼ਲ ਮੀਡੀਆ ਦੇ ਰਾਹੀਂ, IT ਸੈੱਲਸ ਦੇ ਰਾਹੀਂ ਬਹਿਰੂਪੀਏ ਬਣ ਕੇ ਆਉਂਦੇ ਨੇ। ਮਤਲਬ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਵੀ ਪੰਜਾਬ 'ਚ ਹੋ ਚੁੱਕੀਆਂ। ਪੰਜਾਬ ਨੇ ਇਹੋ ਜਿਹਾ ਸੰਤਾਪ ਪਹਿਲਾਂ ਵੀ ਹੰਢਾਇਆ ਆ, ਹੁਣ ਫਿਰ ਜਿਹੋ ਜਿਹੀਆਂ ਹਰਕਤਾਂ ਹੋ ਰਹੀਆਂ ਨੇ, ਲੱਗਦਾ ਤਾਂ ਇਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਬਿਲਕੁਲ। ਇੱਕ ਹੋਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੀ ਮਾਂ ਨੂੰ ਵੀ ਗਾਲਾਂ ਕੱਢੀਆਂ ਗਈਆਂ, ਇਹਦੇ ਬਾਰੇ ਕੀ ਕਹੋ? ਵੇਖੋ ਮੇਰੀ ਗੱਲ ਸੁਣੋ, ਮਾਂ ਨੂੰ ਜਿਹੜੇ ਗੰਦੇ ਲੋਕ ਨਾ, ਜਿਹੜੇ ਆਪਣੇ ਆਪ ਨੂੰ ਕਿਸੇ ਵੀ, ਕੋਈ ਕਹਿੰਦਾ ਮੈਂ ਧਰਮ ਦਾ ਠੇਕੇਦਾਰ ਹਾਂ, ਕੋਈ ਕਹਿੰਦਾ ਮੈਂ ਲੈਂਗੁਏਜ ਦਾ ਠੇਕੇਦਾਰ ਹਾਂ। ਪਹਿਲਾਂ ਤਾਂ ਇਹਨਾਂ ਨੂੰ ਐਟਲੀਸਟ ਆਪਣੇ ਅੰਦਰ ਝਾਕ ਕੇ ਵੇਖਣਾ ਚਾਹੀਦਾ ਕਿ ਆਪਣੇ ਖੁਦ ਦੀ ਚੰਗੀ ਸ਼ਖਸੀਅਤ ਦੇ ਠੇਕੇਦਾਰ ਹੈਗੇ ਹੈ ਕਿ ਨਹੀਂ ਹੈਗੇ। ਬਿਕਾਜ਼ ਇਹਨਾਂ ਨੂੰ ਗੰਦੀ ਸ਼ਬਦਾਵਲੀ, ਇਹ ਸਭ ਕੁਝ ਲਿਖਣਾ ਆਉਂਦਾ ਬਸ। ਔਰ ਮੈਂ ਤੁਹਾਨੂੰ ਇਹ ਗੱਲ ਦੱਸਾਂ, ਇਹ ਜ਼ਿਆਦਾਤਰ ਅਸਲੀ ਲੋਕੀ ਨਹੀਂ ਹੁੰਦੇ ਕਈ। ਮੈਂ ਇਹਨਾਂ ਦੇ ਵਿੱਚ ਵੜ ਕੇ ਦੇਖਿਆ ਹੈ, ਪੋਲੀਟੀਕਲ ਪਾਰਟੀਜ਼ ਦੇ IT ਸੈੱਲ ਜਿਸ ਤਰੀਕੇ ਨਾਲ ਕੰਮ ਕਰਦੇ ਆ। ਅਕਾਲੀ ਦਲ ਦਾ ਆਪਣਾ IT ਸੈੱਲ ਕੰਮ ਕਰਦਾ ਹੈ, ਕਾਂਗਰਸ ਦਾ ਆਪਣਾ, ਆਮ ਆਦਮੀ, ਸਾਰੀ ਪੋਲੀਟੀਕਲ ਪਾਰਟੀ BJP ਦਾ ਆਪਣਾ ਕੰਮ ਕਰਦਾ ਹੈ। ਇਹ ਜਿਹੜਾ ਬੰਦਾ ਜਿਹਦੇ ਪਿੱਛੇ ਉਹਦੇ ਖਿਲਾਫ ਬੋਲਣਾ ਸ਼ੁਰੂ ਹੋ ਜਾਂਦਾ। ਬੇਸਿਕਲੀ ਤਾਂ ਇਹਦੇ ਉੱਤੇ ਵੀ ਰੋਕ ਲਾਉਣੀ ਚਾਹੀਦੀ ਹੈ ਗਵਰਨਮੈਂਟ ਨੂੰ, ਬਟ ਗਵਰਨਮੈਂਟ ਲਾਊਗੀ ਕਿਉਂ?
ਉਹਨਾਂ ਦੀਆਂ ਤੇ ਆਪਣੀਆਂ ਰੋਟੀਆਂ ਸਿੱਖ ਰਹੀਆਂ ਨੇ ਇਹਦੇ ਉੱਤੇ, ਕਿਉਂ ਲਾਊਗੀ? ਨਹੀਂ ਤੇ ਹਮੇਸ਼ਾ ਫੇਸਬੁੱਕ ਦੇ ਉੱਤੇ ਆਈਡੀ ਬਣਾਉਣ ਵਾਲੇ ਦਾ ਹਮੇਸ਼ਾ ਆਧਾਰ ਕਾਰਡ ਰਜਿਸਟਰਡ ਹੋਣਾ ਚਾਹੀਦਾ ਆ ਵਿੱਚ, ਜਿਵੇਂ ਬਾਕੀ ਐਪਸ ਦੇ ਵਿੱਚ ਹੈਗਾ, ਇਹਦੇ ਤੇ ਕਿਉਂ ਨਹੀਂ ਹੈਗਾ? ਕਮ ਸੇ ਕਮ ਸਾਨੂੰ ਇਹ ਤੇ ਪਤਾ ਲੱਗੇ ਵੀ ਕਿਹੜਾ ਬੰਦਾ ਹੈ ਟਰੋਲ ਕਰ ਰਿਹਾ, ਕੌਣ ਕਰ ਰਿਹਾ, ਕਮ ਸੇ ਕਮ ਉਹਨਾਂ ਤੇ ਮਾਨਹਾਨੀ ਤੇ ਹੋਣੀ ਚਾਹੀਦੀ ਹੈ, ਪੁਲਿਸ ਤੇ ਚੱਕਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ, ਕਿ ਨਹੀਂ ਚੱਕਣੀ ਚਾਹੀਦੀ? ਅੱਜ 100 ਆਈਡੀਆਂ ਫੇਕ ਚੱਲ ਰਹੀਆਂ ਨੇ ਜਿਨ੍ਹਾਂ ਦੇ 2 ਪੋਸਟਾਂ ਨਹੀਂ ਹੁੰਦੀਆਂ। ਇੰਸਟਾਗ੍ਰਾਮ ਤੇ ਵੀ ਸ਼ੁਰੂ ਹੋ ਗਏ ਨੇ ਹੁਣ, ਕਿੰਨੀਆਂ ਕਿ ਆਈਡੀਆਂ ਕੋਈ ਬਲੌਕ ਕਰੂਗਾ ਤੇ ਕਿੰਨਾ ਕੋਈ ਕੁਛ ਕਰੂਗਾ। ਇੱਕ ਹੋਰ ਉਹਨਾਂ ਦੇ ਨਾਲ ਕੰਟਰੋਵਰਸੀ ਜੁੜੀ ਸੀ, ਜਦੋਂ ਉਹ ਆਪਣੇ ਨਕੋਦਰ ਡੇਰੇ ਦੀ ਗੱਲ ਕਰਦੇ ਤੇ ਉਹ ਤੇ ਕਿਹਾ ਗਿਆ ਕਿ ਉੱਥੇ ਸਿਗਰਟ ਪੀਂਦੇ ਨੇ ਲੋਕ, ਇਸ ਤਰ੍ਹਾਂ ਦੀ ਗੱਲ ਵੀ ਕਹੀ ਗਈ। ਵੇਖੋ ਮੇਰੀ ਗੱਲ ਸੁਣੋ, ਖਾਸ ਕਰਕੇ ਕੁਝ ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ। ਵੇਖੋ ਮੇਰੀ ਗੱਲ ਸੁਣੋ, ਕਿਸੇ ਨੇ ਸੱਦਿਆ ਤੁਹਾਨੂੰ ਉੱਥੇ ਆਉਣ ਵਾਸਤੇ? ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਨਕੋਦਰ ਆਓ, ਕਿਸੇ ਨੇ ਕਿਹਾ ਵੀ ਤੁਸੀਂ ਸਾਡੇ ਕੋਲ ਮੱਥਾ ਟੇਕੋ। ਜਦੋਂ ਲੋਕ ਆਪਣੀ ਮਰਜ਼ੀ ਦੇ ਨਾਲ ਜਾਂਦੇ ਆ ਅਸੀਂ ਨਹੀਂ ਰੋਕ ਸਕਦੇ। ਹਰ ਇੱਕ ਦੀ ਆਪੋ ਆਪਣੀ ਰਿਲੀਜਨ ਭਾਵਨਾ ਆ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਸਾਰੇ ਧਰਮ ਨੇ, ਸਾਰੇ ਤਰ੍ਹਾਂ ਦੇ ਲੋਕ ਆ। ਪੰਜਾਬ ਦੇ ਵਿੱਚ ਮੁਸਲਿਮ, ਹਿੰਦੂ, ਸਿੱਖ, ਈਸਾਈ ਸਾਰੇ ਰਹਿੰਦੇ ਆ, ਔਰ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਰਿਲੀਜਨ ਫਰੀडम ਦੇਣੀ ਚਾਹੀਦੀ ਹੈ। ਆਪਾਂ ਨੂੰ ਕਿਸੇ ਦੀ ਪਰਸਨਲ ਲਾਈਫ 'ਚ ਵਾਟ ਐਵਰ, ਤੁਸੀਂ ਕੌਣ ਹੁੰਦੇ ਹੋ ਇਸ ਗੱਲ ਦੇ ਉੱਤੇ ਕੁਐਸਚਨ ਚੱਕਣ ਵਾਲੇ? ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਜਾਓ, ਆਪਣੇ ਆਪ ਨਾਲ ਮਤਲਬ ਰੱਖੋ। ਤੁਸੀਂ ਕਿਉਂ ਦੂਜਿਆਂ ਦੇ ਵਿੱਚ ਝਾਕਦੇ ਹੋ? ਜਾ ਕੇ ਆਪਣੀ ਭਗਤੀ ਵੱਲ ਧਿਆਨ ਦਿਓ, ਆਪਣੇ ਰੱਬ ਨੂੰ ਧਿਆਓ। ਤੁਹਾਨੂੰ ਕਿਸੇ ਨੇ ਕਿਹਾ ਉੱਥੇ ਬੁਲਾਇਆ? ਕਿਸੇ ਨੇ ਕਿਹਾ? ਅਸੀਂ ਡੈਮੋਕ੍ਰੇਟਿਕ ਕੰਟਰੀ 'ਚ ਰਹਿੰਦੇ ਆ, ਇੱਥੇ ਜਿਹਦਾ ਜੋ ਜੀ ਕਰਦਾ ਉਹ ਕਰੂਗਾ, ਜਿੱਥੇ ਜਿਹਦੀ ਜੋ ਰਿਲੀਜਨ ਫਰੀडम ਆ ਉਹ ਕਰੂਗਾ। ਕਈ ਲੋਕਾਂ ਨੇ ਤੇ ਪੱਥਰ ਦੇ ਵਿੱਚ ਵੀ ਰੱਬ ਪਾ ਲਿਆ ਆ, ਤੇ ਫਿਰ ਤੁਸੀਂ ਕੀ ਕਹਿ ਸਕਦੇ ਹੋ ਵੀ ਸਾਨੂੰ ਇੱਥੇ ਰੱਬ ਮਿਲਿਆ, ਕੀ ਪਤਾ ਉਹਨਾਂ ਨੂੰ ਉੱਥੇ ਪਾ ਲਿਆ ਹੋਊਗਾ। ਇਹ ਕਿਸੇ ਦੇ ਤੁਸੀਂ ਇਮੋਸ਼ਨਸ ਦੇ ਵਿੱਚ ਵੜ ਕੇ ਨਹੀਂ ਵੇਖ ਸਕਦੇ ਯਾਰ, ਇਹ ਗਲਤ ਗੱਲ ਹੈ। ਪਰ ਗੁਰਦਾਸ ਮਾਨ ਸਾਹਿਬ ਉਸੇ ਚੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਮੇਰੇ ਸਾਈਂ ਨੂੰ ਵੀ ਜਿਹੜਾ ਹੈ ਇਹਨਾਂ ਨੇ ਗਲਤ ਕਿਹਾ। ਜਿਹੜਾ ਨੇ ਕਿਹਾ ਉਹ ਭੁਗਤਣਗੇ। ਇੱਥੇ ਹੀ ਆ ਆਪਾਂ, ਜਿਹੜਾ ਕਰਦਾ ਆ ਉਹ ਭਰਦਾ ਵੀ ਆ। ਆਪਾਂ ਇੰਨੇ ਵੱਡੇ ਨਹੀਂ ਹੋ ਗਏ ਕਿ ਆਪਾਂ ਕਿਸੇ ਦੇ ਉੱਤੇ ਉਂਗਲੀ ਚੁੱਕਣੀ ਸ਼ੁਰੂ ਕਰ ਦਈਏ। ਮੈਂ ਵੀ ਹਾਂ ਅੱਜ ਫੋਰ ਐਗਜ਼ਾਮਪਲ, ਮੈਂ ਕਿਸੇ ਨੂੰ ਮੰਦਾ ਮਾੜਾ ਬੋਲੂੰਗੀ ਕਿ ਆ ਜੀ ਫਲਾਣਾ ਇਹਦਾ ਤੇ ਕਰੈਕਟਰ ਇਹ ਹੈ, ਇਹ ਤੇ ਇਹ ਆ, ਇਹ ਤੇ ਫਲਾਣਾ। ਪਹਿਲੀ ਗੱਲ ਆ, ਮੈਨੂੰ ਤੇ ਕਿਸੇ ਦੀ ਬੁਰਾਈ ਕਰਨੀ ਚੰਗੀ ਨਹੀਂ ਲੱਗਦੀ, ਆਪਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਹੈ ਨਾ। ਪਹਿਲੋਂ ਤੇ ਆਪਾਂ ਕਿਸੇ ਤੇ ਉਂਗਲੀ ਚੁੱਕਦੇ ਹਾਂ, 4 ਉਂਗਲਾਂ ਮੇਰੇ ਵੱਲ ਵੀ ਨੇ। ਐਟਲੀਸਟ ਮੈਨੂੰ ਆਪਣੇ ਮੰਜੇ ਥੱਲੇ ਸੋਟਾ ਮਾਰ ਕੇ ਵੀ ਵੇਖ ਲੈਣਾ ਚਾਹੀਦਾ ਕਿ ਮੈਂ ਕਿਸ ਲਾਇਕ ਹਾਂ, ਮੈਂ ਕੀ ਕੀਤਾ ਸੋਸਾਇਟੀ ਵਾਸਤੇ, ਮੈਂ ਕੌਣ ਹਾਂ, ਮੈਂ ਅੱਜ ਤੱਕ ਕੀ ਕੀਤਾ। ਬਸ ਇੱਕ ਆਵਾਜ਼ ਚੁੱਕੀ, ਬਸ ਇੱਕ ਕਮੈਂਟ ਕੀਤਾ ਕਿਸੇ ਦੇ ਉੱਤੇ। ਬਾਈ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਪੜ੍ਹਦਾ, ਮੈਂ ਗੁਰੂ ਗ੍ਰੰਥ ਸਾਹਿਬ ਮੈਂ ਪੜ੍ਹਦੀ ਹਾਂ ਨਾ, ਤੇ ਮੈਂ ਠੀਕ ਆ, ਮੈਂ ਆਪਣੇ ਗੁਰੂ ਨੂੰ ਤਿਹਾ ਰਹੀ ਹਾਂ, ਮੈਂ ਅਮਲ ਕਰ ਰਹੀ ਹਾਂ। ਕੀ ਗੱਲ ਤੁਹਾਡਾ ਇੰਨਾ ਵਿਸ਼ਵਾਸ ਕੱਚਾ ਆ ਕਿ ਕੋਈ ਤੁਹਾਨੂੰ ਭਟਕਾ ਦੂਗਾ ਜਾਂ ਕਰ ਦੂਗਾ? ਜਿਹਦੀ ਮਰਜ਼ੀ ਜੋ ਮਰਜ਼ੀ ਕਰੇ, ਤੁਸੀਂ ਕਿਸੇ ਨੂੰ ਕਿਵੇਂ ਐਵੇਂ ਕੁਐਸਚਨ ਕਰ ਸਕਦੇ ਹੋ? ਮੈਂ ਤੁਹਾਡੀ ਭਾਵਨਾ ਨਾਲ ਆਉਣਾ ਕਿ ਤੁਸੀਂ ਗੁਰਦਾਸ ਮਾਨ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਜੀ, ਤੁਸੀਂ ਪਹਿਲਾਂ ਵੀ ਕਿਹਾ, ਪਰ ਜਿਸ ਤਰੀਕੇ ਨਾਲ ਉਹਨੂੰ ਗੱਦਾਰ ਕਿਹਾ ਗਿਆ, ਕਿਉਂਕਿ ਉਹਨਾਂ ਨੇ ਆਪਣੇ ਗਾਣੇ 'ਚ ਵੀ ਕਿਹਾ ਕਿ ਮੈਨੂੰ ਗੱਦਾਰ ਕਿਹਾ ਗਿਆ। ਮੈਨੂੰ ਵੀ ਕਹਿੰਦੇ ਹੋ ਤੇ ਮੈਨੂੰ ਗੱਦਾਰ ਕਹਿੰਦੇ ਨੇ, ਗੰਦੀ ਔਲਾਦ ਕਹਿੰਦੇ ਨੇ, ਕਾਮਰੇਡਣੀ ਕਹਿੰਦੇ ਨੇ, ਪਤਾ ਨਹੀਂ ਕੀ ਮੇਰੇ ਬਾਪ ਦੇ ਉੱਤੇ ਇੰਨੇ ਅਪਸ਼ਬਦ ਬੋਲੇ ਇਹਨਾਂ ਨੇ। ਕੀ ਕੁਛ ਕਿੰਨਾ ਨਾਮ ਆ ਉਹਨਾਂ ਦਾ ਇਸ ਇਲਾਕੇ 'ਚ ਨਾਮ ਆ, ਸਾਰੇ ਲੋਕੀ ਇੰਨੀ ਇੱਜ਼ਤ ਕਰਦੇ ਨੇ। ਗੱਦਾਰ ਕਿਹਾ ਗਿਆ ਉਹਦੇ ਵਰਗੇ। ਵੇਖੋ ਗੱਦਾਰ ਮੈਂ ਉਹੀ ਤੇ ਕਹਿ ਰਹੀ ਹਾਂ, ਗੁਰਦਾਸ ਮਾਨ ਸਾਹਿਬ ਨੂੰ ਕਿਹਾ ਗਿਆ, ਮੈਨੂੰ ਕਿਹਾ ਗਿਆ, ਮੈਨੂੰ ਸਾਰੇ ਕਹਿੰਦੇ ਨੇ, ਬਟ ਇਹਨਾਂ ਦੇ ਕਹਿਣ ਨਾਲ ਮੈਂ ਗੱਦਾਰ ਥੋੜ੍ਹਾ ਹੋ ਜਾਣਾ ਆ। ਸਿੱਧੂ ਮੂਸੇਵਾਲੇ ਨੂੰ ਗੱਦਾਰ ਕਿਹਾ ਗਿਆ, ਕੀ ਗੱਲ ਇਹਨਾਂ ਦੇ ਕਹਿਣ ਨਾਲ ਗੱਦਾਰ ਹੋ ਗਿਆ? ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਗੱਦਾਰ ਕਹਿੰਦੇ ਨੇ, ਇਹਨਾਂ ਦੇ ਕਹਿਣ ਦੇ ਨਾਲ ਕੋਈ ਗੱਦਾਰ ਨਹੀਂ ਹੋ ਜਾਂਦਾ। ਪਰ ਇਹ ਲੋਕ ਕਿਹੜੇ ਨੇ ਜਿਨ੍ਹਾਂ ਨੂੰ? ਇਹ ਆਈਟੀ ਸੈਲਸ ਨੇ, ਇਹ ਗਵਰਨਮੈਂਟ ਦੀਆਂ ਏਜੰਸੀਆਂ ਦੇ ਬਣਾਏ ਹੋਏ ਆਈਟੀ ਸੈਲਸ ਨੇ, ਡਿਫਰੈਂਟ ਪਾਰਟੀਆਂ ਦੇ ਬਣਾਏ ਹੋਏ ਆਈਟੀ ਸੈਲਸ ਨੇ, ਜਿਹਨਾਂ ਨੂੰ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਈਟੀ ਸੈਲਸ ਨੂੰ ਯੂਜ਼ ਕਰਕੇ ਇਹ ਇਮੇਜ ਖਰਾਬ ਕਰ ਸਕਦੇ ਨੇ। ਇਹ ਉਹ ਗੰਦੇ ਲੋਕ ਨੇ ਜਿਹੜੇ ਕਿ ਮੇਰੀਆਂ ਤੇ ਇਹਨਾਂ ਨੇ ਫੋਟੋਆਂ ਐਡਿਟ ਕਰ ਕਰਕੇ ਪਤਾ ਨਹੀਂ ਕੀ ਕੁਛ ਕੀਤਾ ਇਹਨਾਂ ਨੇ, ਮੈਨੂੰ ਇਹਨਾਂ ਨੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ। ਕੀ ਗੱਲ ਤੁਹਾਨੂੰ ਲੱਗਦਾ ਵੀ ਸਾਡੇ ਪੰਜਾਬ ਦੇ ਜਿਹੜੇ ਸਾਡੇ ਭਰਾ ਨੇ ਗੁਰੂ ਸਿੱਖ ਬਾਣੀ ਨੂੰ ਮੰਨਣ ਵਾਲੇ, ਉਹ ਇੱਕ ਧੀ ਭੈਣ ਦੇ ਨਾਲ ਇਹੋ ਜਿਹਾ ਸਲੂਕ ਕਰ ਸਕਦੇ ਨੇ? ਬਟ ਇਹਨਾਂ ਨੇ ਕੀਤਾ। ਇਹਨਾਂ ਨੇ ਸੰਤ ਜਰਨੈਲ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲਾ ਕੇ ਮੈਨੂੰ ਇੰਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ। ਕੀ ਤੁਹਾਨੂੰ ਲੱਗਦਾ ਹੈ ਕਿ ਸੰਤ ਇਹੋ ਜਿਹਾ ਕੁਛ ਕਰਦੇ ਸੀਗੇ? ਇਹ ਉਹ ਏਜੰਸੀਆਂ ਦੇ ਬੰਦੇ ਨੇ, ਗੰਦੇ ਲੋਕ ਨੇ, ਜਿਹੜੇ ਕਿ ਹਰ ਇੱਕ ਤਰੀਕੇ ਦੇ ਨਾਲ ਬਦਨਾਮ ਕਰਨਾ ਚਾਹੁੰਦੇ ਨੇ, ਹਰ ਇੱਕ ਤਰੀਕੇ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ। ਕਦੀ ਕਾਮਰੇਡ ਵਰਸਸ ਸਿੱਖ ਬਣਾ ਦਿੰਦੇ ਨੇ,
ਕਦੀ ਹਿੰਦੂ ਸਿੱਖ ਕਰ ਦਿੰਦੇ ਨੇ। ਇਹੀ ਪੋਲੀਟੀਕਲ ਲੋਕੀ ਨੇ, ਕੱਟੜਵਾਦੀ, ਜਿਹੜੇ ਕਿ ਤੋੜਨਾ ਚਾਹੁੰਦੇ ਨੇ, ਜਦ ਕਿ ਆਪਸ ਦੇ ਵਿੱਚ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਲੜਾਈ ਝਗੜਾ ਨਹੀਂ, ਨਾ ਹਿੰਦੂ ਸਿੱਖ ਨੂੰ ਹੈਗਾ, ਨਾ ਸਿੱਖ ਹਿੰਦੂ ਨੂੰ ਹੈਗਾ ਆ, ਨਾ ਹੀ ਮੁਸਲਮਾਨਾਂ ਨੂੰ ਹੈਗਾ। ਅਸੀਂ ਤੇ ਮੈਂ ਤੁਹਾਨੂੰ ਦੱਸਾਂ, ਆਪਾਂ ਰਲ ਮਿਲ ਕੇ ਰਹਿਣ ਵਾਲੇ ਲੋਕੀ ਆ। ਇਹ ਜਿਹੜੇ ਪੋਲੀਟੀਕਲ ਗੰਦੇ ਲੋਕ ਆ ਨਾ, ਇਹ ਸਭ ਕੁਝ ਕਰਦੇ ਨੇ। ਉਹਨਾਂ ਨੂੰ ਗੁਰਦਾਸ ਮਾਨ ਦੀ ਸ਼ਖਸੀਅਤ ਦਾ ਪਤਾ ਨਹੀਂ ਸੀ, ਜਿਨ੍ਹਾਂ ਲੋਕਾਂ ਨੇ ਵੀ ਇਹ ਕੰਮ ਕੀਤਾ। ਵੇਖੋ, ਉਹ ਆਪਣੀ ਪੋਲੀਟੀਕਲ ਰੋਟੀਆਂ ਸੇਕ ਰਹੇ ਨੇ ਕਿਸੇ ਤਰੀਕੇ ਦੇ ਨਾਲ, ਔਰ ਪਤਾ ਨਹੀਂ ਉਹਨਾਂ ਨੂੰ ਕਿਸ ਤਰੀਕੇ ਦੀ ਸੈਟਿਸਫੈਕਸ਼ਨ ਮਿਲਦੀ ਹੈ ਸਭ ਕੁਝ ਕਰਕੇ, ਰਾਈਟ? ਸੈਟਿਸਫੈਕਸ਼ਨ ਹੀ ਮਿਲਦੀ ਹੈ ਜਿਸ ਤਰੀਕੇ ਦੀਆਂ ਇਹੋ ਜਿਹੀਆਂ ਗੱਲਾਂ ਕਰਦੇ ਆ। ਜੇ ਤੁਹਾਡਾ ਇੰਨਾ ਹੀ ਤੁਹਾਨੂੰ ਲੱਗਦਾ ਹੈ ਵੀ ਹੁਣ ਪਿੱਛੇ ਵੇਖੋ, ਗੁਰਦਾਸ ਮਾਨ ਜੀ ਦੀ ਗੱਲ ਤੇ ਮੈਂ ਆਉਂਦੀ ਹਾਂ, ਪਿੱਛੇ ਉਹ ਚਰਚ ਦੇ ਵਿੱਚ ਜਾ ਕੇ ਮੂਰਤੀਆਂ ਤੋੜ ਦਿੱਤੀਆਂ ਉਹਨਾਂ ਦੀਆਂ, ਹੈ ਨਾ, ਉਹ ਵੀ ਕਿੱਡੀ ਗਲਤ ਗੱਲ ਕੀਤੀ। ਫਿਰ ਮੈਂ ਉੱਤੇ ਪਾਈ ਤੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਗਏ, ਤੁਸੀਂ ਜੀ ਸਿੱਖਾਂ ਬਾਰੇ ਨਹੀਂ ਗੱਲ ਕਰਦੇ, ਤੁਸੀਂ ਜੀ ਈਸਾਈਆਂ। ਮੇਰੀ ਗੱਲ ਸੁਣੋ, ਮੈਂ ਖੁਦ ਸਿੱਖ ਹਾਂ, ਮੈਂ ਤੇ ਸਾਰਿਆਂ ਬਾਰੇ ਗੱਲ ਕਰਦੀ ਹਾਂ, ਪਰ ਆਪਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਇਹ ਥੋੜ੍ਹਾ ਸਿਖਾਇਆ ਜਾਂਦਾ ਵੀ ਤੁਸੀਂ ਦੂਜੇ ਦੀ ਨਰਾਦਰਤਾ ਕਰੋ, ਤੁਸੀਂ ਕਿਸੇ ਨੂੰ ਬੁਰਾ ਭਲਾ ਕਹੋ, ਜਾਂ ਕਿਸੇ ਦੇ ਮੰਦਰ ਮਸਜਿਦ ਨੂੰ ਜਾ ਕੇ ਬੇਅਦਬੀਆਂ ਕਰੋ। ਇਹ ਤਾਂ ਨਹੀਂ। ਇਹ ਮੇਰੀ ਗੱਲ ਸੁਣੋ, ਇਹ ਆਪਣੇ ਲੋਕ ਇਹ ਵੀ ਸੋਚੋ, ਇਹ ਵੀ ਨਾਰਮਲ ਲੋਕੀ ਨਹੀਂ ਕਰਦੇ। ਇਹ ਏਜੰਸੀਆਂ ਕਰਾਉਂਦੀਆਂ ਨੇ ਬੰਦਿਆਂ ਨੂੰ ਹਾਇਰ ਕਰਕੇ ਤਾਂ ਕਿ ਮਾਹੌਲ ਖਰਾਬ ਕੀਤਾ ਜਾਵੇ। ਧਰਮ ਪਰਿਵਰਤਨ ਹੋ ਰਿਹਾ ਸੀ ਤੇ ਕਿਸੇ ਦੀ ਭਾਵਨਾ। ਮੇਰੀ ਗੱਲ ਸੁਣੋ, ਧਰਮ ਪਰਿਵਰਤਨ ਹੋ ਰਿਹਾ ਸੀਗਾ, ਠੀਕ ਆ। ਜੇ ਕੋਈ ਬੰਦਾ, ਅੱਜ ਮੈਂ ਆ, ਮੈਨੂੰ ਕੋਈ ਕਹਿ ਦੇ ਵੀ ਤੈਨੂੰ ਇੰਨੇ ਪੈਸੇ ਦਿੰਦੇ ਆ ਤੇ ਤੂੰ ਆਹ ਵਾਲਾ ਧਰਮ ਜੁਆਇਨ ਕਰ ਲਾ, ਇਹਦਾ ਮਤਲਬ ਮੇਰੀ ਸ਼ਖਸੀਅਤ ਹੀ ਖਰਾਬ ਆ। ਜੇ ਮੈਂ ਉਹ ਧਰਮ, ਮੈਂ ਪੈਸਿਆਂ ਪਿੱਛੇ ਆਪਣਾ ਧਰਮ ਛੱਡਦਾ ਤੇ ਮਤਲਬ ਫਿਰ ਤੇ ਮੈਂ ਇਸ ਧਰਮ ਦੇ ਲਾਇਕ ਹੀ ਨਹੀਂ ਹੈਗੀ। ਤੇ ਫਿਰ ਤੇ ਮੈਨੂੰ ਇਹੋ ਜਿਹੇ ਮੈਂ ਤੇ ਇਹ ਕਹਿੰਦੀ ਆ ਵੀ ਮੈਨੂੰ ਤੇ ਇਹੋ ਜਿਹੇ ਲੋਕੀ ਚਾਹੀਦੇ ਨਹੀਂ ਸਾਡੇ ਧਰਮ ਦੇ ਵਿੱਚ, ਜਿਹੜੇ ਪੈਸਿਆਂ ਪਿੱਛੇ ਵਿਕ ਜਾਣ। ਸਾਨੂੰ ਤੇ ਉਹੋ ਜਿਹੇ ਲੋਕੀ ਨਹੀਂ ਚਾਹੀਦੇ। ਬਟ ਦੂਜੀ ਗੱਲ ਇਹ ਹੁੰਦੀ ਹੈ ਵੀ ਜੇ ਲੋਕੀ ਮਜਬੂਰ ਨੇ, ਕੋਈ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਜੋ, ਫਿਰ ਐਸਜੀਪੀਸੀ ਕੀ ਕਰ ਰਹੀ ਹੈ? ਐਸਜੀਪੀਸੀ ਦੀ ਰਿਸਪੌਂਸਿਬਿਲਟੀ, ਧਰਮ ਪ੍ਰਚਾਰ ਕਰ ਰਹੇ ਬਹੁਤ ਜ਼ਿਆਦਾ, ਕੀ ਕਰ ਰਹੇ ਨੇ? ਕੀ ਕੀਤਾ ਪਿੰਡਾਂ ਦੇ ਵਿੱਚ, ਸਕੂਲਾਂ ਗਰੀਬ ਬੱਚਿਆਂ ਵਾਸਤੇ ਉਹਨਾਂ ਨੇ? ਇੰਨਾ ਐਸਜੀਪੀਸੀ ਦੇ ਕੋਲ ਪੈਸਾ ਹੈ, ਸੈਕਿੰਡ ਗਵਰਨਮੈਂਟ ਕਹਿੰਦੇ ਆ ਪੰਜਾਬ ਦੇ ਵਿੱਚ ਐਸਜੀਪੀਸੀ ਨੂੰ। ਕੀ ਕੀਤਾ ਪਿੰਡਾਂ ਦੇ ਵਿੱਚ? ਜੇ ਐਸਜੀਪੀਸੀ ਨੇ ਚੰਗੇ ਤਰੀਕੇ ਦੇ ਨਾਲ ਕੰਮ ਕੀਤਾ ਹੁੰਦਾ, ਅੱਜ ਸਾਰੇ ਜਿੰਨੇ ਵੀ ਸਾਡਾ ਯੂਥ ਆ, ਸਾਰਿਆਂ ਦੇ ਸਿਰ ਦੇ ਉੱਤੇ ਦਸਤਾਰਾਂ ਸਜੀਆਂ ਹੁੰਦੀਆਂ। ਅੱਜ ਕੁਛ ਵੀ ਨਹੀਂ ਹੈਗਾ। ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਗੁਰਦੁਆਰੇ ਬਣੇ ਹੋਏ ਆ। ਜਾਤ ਪਾਤ, ਊਚ ਨੀਚ, ਗੁਰੂ ਗ੍ਰੰਥ ਸਾਹਿਬ ਸਮਝਾਈ ਕਿਸੇ ਨੇ ਵਿਸਥਾਰ ਰੂਪੀ ਕਿ ਉਹਦੇ ਵਿੱਚ ਊਚ ਨੀਚ ਤੇ ਕਿਤੇ ਲਿਖੀ ਹੀ ਨਹੀਂ। ਉੱਥੇ ਤੇ ਗੁਰਦੁਆਰੇ ਇੰਨੇ ਲਿਖੇ ਹੀ ਨਹੀਂ ਵੀ ਇੰਨੇ ਗੁਰਦੁਆਰੇ ਹੋਣੇ ਚਾਹੀਦੇ ਇੱਕ ਪਿੰਡ ਦੇ ਵਿੱਚ। ਜੱਟਾਂ ਦਾ ਅੱਡ, ਮਜਵੀ ਸਿੰਘਾਂ ਦਾ ਅੱਡ, ਗਰੇਟੇ ਸਿੰਘਾਂ ਦਾ ਅੱਡ, ਇਹ ਲਿਖਿਆ ਉਹਦੇ ਵਿੱਚ। ਜਦੋਂ ਇਹ ਗੱਲਾਂ ਆਉਂਦੀਆਂ ਉੱਥੇ ਤੇ ਤੁਸੀਂ ਕੋਈ ਗੱਲ ਨਹੀਂ ਕਰਦਾ। ਪਰ ਉਹ ਬਾਦਲ ਸਾਹਿਬ ਦਾ ਕਹਿੰਦੇ ਜੀ ਪੰਥਕ ਪਰਿਵਾਰ ਹੈ, ਉਹ ਤੇ ਸੇਵਾ ਕਰ ਹੀ ਰਹੇ ਨੇ। ਵੇਖੋ ਮੇਰੀ ਗੱਲ ਸੁਣੋ, ਜੋ ਬਾਦਲ ਸਾਹਿਬ ਨੇ ਕੀਤਾ, ਜੋ ਐਸਜੀਪੀਸੀ ਨੇ ਕੀਤਾ, ਪੰਜਾਬ ਦੇਖ ਰਿਹਾ, ਪੰਜਾਬ ਦੇ ਪਿੰਡ ਦੇਖ ਰਹੇ ਨੇ, ਠੀਕ ਹੈ। ਫਿਰ ਇਹ ਪੋਲੀਟੀਕਲ ਗੱਲ ਆ ਗਈ। ਹੁਣ ਮੈਨੂੰ ਫਿਰ ਕਹਿਣਗੇ ਇਹ ਬੋਲਣ ਦੀ। ਮੇਰੀ ਗੱਲ ਸੁਣੋ, ਵੇਖੋ ਜੋ ਸੱਚ ਹੈ ਉਹ ਤੇ ਆਪਾਂ ਬੋਲਾਂਗੇ, ਉਹ ਸਾਰਿਆਂ ਨੂੰ ਬਿਆਨ ਹੁੰਦਾ ਆ। ਜੇ ਤੁਸੀਂ ਕੁਝ ਕੀਤਾ ਹੁੰਦਾ ਤੇ ਅੱਜ ਲੋਕੀ ਨਹੀਂ ਜਾਂਦੇ ਕਿਤੇ ਵੀ, ਕਿਸੇ ਹੋਰ ਵੱਲ ਨਹੀਂ ਜਾਂਦੇ। ਪਹਿਲੀ ਗੱਲ ਤੇ ਹਰ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ। ਸ਼ਮਸ਼ਾਨ ਘਾਟਾਂ ਵੀ ਸੋਚੋ, ਉਹ ਵੀ ਇੰਨੀਆਂ ਅੱਡ ਬਣਾਈਆਂ, ਬੰਦਾ ਮਰ ਕੇ ਕਿੱਥੇ ਜਾਂਦਾ ਆ, ਕਿਸੇ ਨੇ ਵੇਖਿਆ ਆ? ਉਹ ਵੀ ਕਹਿੰਦੇ ਨਹੀਂ ਜੀ ਇਹਨਾਂ ਦੇ ਅੱਡ ਹੋਣੀ ਚਾਹੀਦੀ ਹੈ। ਵੇਖੋ ਮੇਰੀ ਗੱਲ, ਪਾਰਲੀਮੈਂਟ ਹੈ ਐਸਜੀਪੀਸੀ ਕੋ, ਆਪਣੀ ਸਿੱਖ ਪਾਰਲੀਮੈਂਟ ਵੀ ਹੈ। ਸਿੱਖ ਪਾਰਲੀਮੈਂਟ ਨੇ ਕੀਤਾ ਕੀ? ਮੈਨੂੰ ਇਹ ਦੱਸੋ। ਲੋਕਾਂ ਨੂੰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਇਤਿਹਾਸ ਆਪਣਾ ਖਤਮ ਹੋਈ ਜਾਣ ਡਿਆ, ਕਿਤਾਬਾਂ ਦੇ ਵਿੱਚ ਖਤਮ ਹੋਈ ਜਾ ਰਿਹਾ, ਚੀਜ਼ਾਂ ਦੇ ਵਿੱਚ ਖਤਮ ਹੋਈ ਜਾ ਰਿਹਾ। ਕੀ ਸਮਝਾਉਣ ਦੇ ਬੱਚਿਆਂ ਨੂੰ ਜਾ ਕੇ? ਗੁਰਦਾਸ ਮਾਨ ਦਾ ਵਿਰੋਧ ਕਰਨਾ। ਹਾਂ, ਗੁਰਦਾਸ ਮਾਨ ਦਾ ਵਿਰੋਧ ਕਰਨਾ ਆਉਂਦਾ। ਪਿੰਡਾਂ ਦੇ ਵਿੱਚ ਟੀਚਰ ਰੱਖੇ ਇਹਨਾਂ ਨੇ, ਫੀਸ ਤੇ ਟੀਚਰ ਹੀ ਰੱਖ ਲੈਣ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦੀ ਇੱਕ ਕਲਾਸ ਰਹਾਉਣ ਵਾਸਤੇ ਵੀ ਹਾਂ ਗੁਟਕਾ ਸਾਹਿਬ ਬਾਰੇ ਵੀ ਪੜ੍ਹਾਉਣਾ ਆ, ਗੁਰੂ ਗ੍ਰੰਥ ਸਾਹਿਬ ਬਾਰੇ ਵੀ ਪੜ੍ਹਾਉਣਾ ਆ। ਉਵੇਂ ਤੇ ਸਿੱਖ ਹਰ ਇੱਕ ਰਿਲੀਜਨ ਆਪਣੀ ਰਿਲੀਜਨ ਵਾਸਤੇ ਕੁਛ ਨਾ ਕੁਛ ਕਰਦਾ ਆ। ਮੈਨੂੰ ਇਹ ਦੱਸੋ ਕਿ ਸਿੱਖ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਆਉਂਦੀ ਆ, ਅੱਜ ਪਾਠ ਹੁੰਦਾ ਆ? ਸਾਡੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਤੇ ਸਾਨੂੰ ਮੰਮਾ ਕਹਿੰਦੇ ਹੁੰਦੇ ਸੀ ਕਿ ਅੱਜ ਵੀ ਅਸੀਂ ਕਰਦੇ ਹਾਂ। ਸਵੇਰੇ ਉੱਠ ਕੇ ਰਾਤ ਨੂੰ ਸੌਣ ਲੱਗਿਆ ਸਾਨੂੰ ਗੁਰੂ ਸਾਹਿਬ ਦੀਆਂ ਕਹਾਣੀਆਂ ਸੁਣਾ ਕੇ ਮੰਮਾ ਸੁਣਾਉਂਦੇ ਹੁੰਦੇ ਸੀਗੇ, ਮੇਰੇ ਦਾਦੀ ਮਾਂ ਸੁਣਾਉਂਦੇ ਹੁੰਦੇ ਸੀਗੇ, ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ, ਇਹ ਕਹਾਣੀਆਂ ਸੁਣਾਉਂਦੇ ਸੀਗੇ। ਏਕ ਓਂਕਾਰ ਸਤਿਨਾਮ ਕਰਤਾ ਪੁਰਖ, ਜਪ ਤੱਕ ਦਾ ਪਾਠ ਸਾਨੂੰ ਮੰਮਾ ਕਹਿੰਦੇ ਸੀਗੇ ਕਿ ਰਾਤ ਨੂੰ ਸੌਣ ਲੱਗਿਆ ਕਰਨਾ, ਸਵੇਰੇ ਉੱਠ ਕੇ ਕਰਨਾ। ਅੱਜ ਕੌਣ ਕਰਦਾ ਬੱਚਾ? ਮੈਨੂੰ ਦੱਸੋ।
ਬਹੁਤ ਘੱਟ ਗੁਰੂ ਸਿੱਖ ਜਿਹੜੀਆਂ ਫੈਮਲੀਜ਼ ਹੋਣਗੀਆਂ ਉਹਨਾਂ ਦੇ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਅਦਰਵਾਈਜ਼ ਤੁਸੀਂ ਮੈਨੂੰ ਦੱਸੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਸਭ ਕੁਝ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ। ਸਵਾਲ ਤੁਹਾਡੇ ਤੋਂ ਫਿਰ ਹੋਈ ਜਾਂਦਾ ਕਿ ਅਗਰ ਇੰਨੀਆਂ ਕੁਰੀਤੀਆਂ ਨੇ, ਇੰਨਾ ਕੁ ਬੁਰਾਪਨ ਸੀ, ਪਰ ਫਿਰ ਵੀ ਇਸ ਤਰੀਕੇ ਨਾਲ ਗੁਰਦਾਸ ਮਾਨ ਵਕਨ ਦੀ ਸ਼ਖਸੀਅਤ ਨੂੰ ਵਿਰੋਧ ਕਰਨ ਦੇ ਵਿੱਚ ਸਾਰੇ ਵੱਧ ਤੋਂ ਵੱਧ ਅੱਗੇ ਆਏ। ਉਹਨਾਂ ਨੇ ਆਪਣਾ ਜਿਹੜਾ ਵੀਡੀਓ ਜਾਰੀ ਕੀਤਾ, ਤੁਸੀਂ ਵੇਖਿਆ ਹੋਏਗਾ ਕਿ ਬਹੁਤ ਸਾਰੇ ਲੋਕ ਉਹਨਾਂ ਨੇ ਖੜੇ ਕੀਤੇ ਜਿਹਨਾਂ ਨੂੰ ਗੱਦਾਰ ਵੀ ਕਹਿ ਰਹੇ ਨੇ। ਮੈਂ ਉਹੀ ਤੇ ਤੁਹਾਨੂੰ ਕਹਿ ਰਹੀ ਹਾਂ, ਆਪਣੇ ਆਪ ਆਪਣੇ ਮੰਜੇ ਥੱਲੇ ਪਹਿਲਾਂ ਸੂਟਾਂ ਮਾਰਨ, ਫਿਰ ਗੁਰਦਾਸ ਮਾਨ ਜੀ ਵੱਲ ਜਾਣ। ਪਹਿਲਾਂ ਇਹ ਵੇਖਣ ਵੀ ਇਹਨਾਂ ਨੇ ਕੀ ਕੀਤਾ ਆ ਕੌਮ ਵਾਸਤੇ, ਇਹਨਾਂ ਨੇ ਕੀ ਕੀਤਾ ਹੈ, ਪਹਿਲਾਂ ਇਹ ਵੇਖਣ ਤੇ ਫਿਰ ਬਾਕੀ ਗੱਲਾਂ ਕਰਨ। ਤੁਹਾਡਾ ਵੀ ਬਹੁਤ ਵਿਰੋਧ ਹੋਇਆ। ਮੇਰਾ ਤੇ ਹੁੰਦਾ ਹੀ ਰਹਿੰਦਾ, ਮੇਰਾ ਤੇ ਆ ਤੁਹਾਡੀ ਇੰਟਰਵਿਊ ਤੋਂ ਬਾਅਦ ਵੀ ਹੋਊਗਾ, ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ। ਮੈਂ ਇਹਨਾਂ ਨੂੰ ਥੋੜ੍ਹਾ ਜਵਾਬਦਾਰੀ ਹਾਂ, ਮੈਂ ਉਸ ਅਕਾਲ ਪੁਰਖ ਨੂੰ ਹਾਂ, ਔਰ ਜੋ ਮੇਰੀ ਆਤਮਾ ਕਹਿੰਦੀ ਆ, ਜੋ ਮੈਂ ਬੋਲਦੀ ਹਾਂ ਔਰ ਮੈਂ ਬੋਲਦੀ ਰਹੂੰਗੀ ਇਸੇ ਤਰੀਕੇ ਦੇ ਨਾਲ। ਮੇਰਾ ਸਟੈਂਡ ਇਹੋ ਹੀ ਆ, ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ। ਪਿੱਛੇ ਜਦੋਂ ਤੁਹਾਡੇ ਵੱਲੋਂ ਕੁਝ ਭਗਵੰਤ ਮਾਨ ਸਾਹਿਬ ਦੀ ਵੀ ਤਾਰੀਫ ਕੀਤੀ ਗਈ, ਤਦੇ ਵੀ ਕਿਹਾ ਗਿਆ, ਕਹਿੰਦੇ ਜੀ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ। ਵੇਖੋ ਮੇਰੀ ਗੱਲ ਸੁਣੋ, ਭਗਵੰਤ ਮਾਨ ਸਾਹਿਬ ਅੱਜ ਸਹੀ ਨੇ ਤੇ ਉਹਨਾਂ ਦੀ ਮੈਂ ਤਾਰੀਫ ਕੀਤੀ ਹੈ। ਕੱਲ੍ਹ ਨੂੰ ਕਿਸੇ ਤਰੀਕੇ ਦੇ ਨਾਲ ਕੁਝ ਗਲਤ ਕਰਨਗੇ ਤੇ ਉਹਨਾਂ ਦੇ ਖਿਲਾਫ ਚੱਲਾਂਗੇ। ਜਿੱਥੇ ਉਹ ਸਹੀ ਨੇ ਤੇ ਮੈਂ ਉੱਥੇ ਉਹਨਾਂ ਨੂੰ ਗਲਤ ਕਿਵੇਂ ਕਹਿ ਦਾਂ? ਇਹ ਕੋਈ ਗੱਲ ਹੈ ਕਿ ਮੈਂ ਹੁਣ ਦੂਜੀਆਂ ਪੋਲੀਟਿਕ ਪਾਰਟੀਆਂ ਨੂੰ ਨਹੀਂ ਚੰਗਾ ਲੱਗ ਰਿਹਾ? ਗੱਲ ਪੋਲੀਟੀਕਲ ਪਾਰਟੀਆਂ ਨੂੰ ਹਜਮ ਨਹੀਂ ਹੁੰਦੀ, ਬਾਕੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਇਸ ਕਰਕੇ ਹਜਮ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਲੱਗਦਾ ਉਹਨਾਂ ਦੇ ਭਗਵੰਤ ਮਾਨ ਜੀ ਰਾਈਵਲ ਨੇ, ਇਸ ਕਰਕੇ ਹਜਮ ਨਹੀਂ ਹੁੰਦੀ। ਹੁਣ ਅੱਜ ਮੈਂ ਇਹੋ ਹੀ ਗੱਲ ਮੈਂ ਕਹਿ ਦਾਂ ਵੀ ਰਾਜਾ ਵੜਿੰਗ ਜੀ ਬਹੁਤ ਚੰਗਾ ਕੰਮ ਕਰ ਰਹੇ ਨੇ, ਜੇ ਉਹ ਕਰਨਗੇ ਤੇ ਕਹਿ ਦਾਂਗੇ, ਤੇ ਫਿਰ ਉਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਹਜਮ ਹੋਊਗੀ। ਹੁਣ ਜਿਹੜਾ ਬੰਦਾ ਕਰ ਰਿਹਾ ਤੇ ਉਹਨਾਂ ਨੂੰ ਮੈਂ ਕਿਉਂ ਨਾ ਕਵਾਂ? ਕਹਿਣਾ ਹੀ ਚਾਹੀਦਾ ਆ। ਹੁਣ ਮੈਂ ਝੂਠ ਨੂੰ ਝੂਠ, ਸੱਚ ਨੂੰ ਸੱਚ ਹੀ ਕਹੂੰਗੀ। ਇਹ ਥੋੜਾ ਨਾ ਵੀ ਮੈਂ ਆਪਣੇ ਕੋਲੋਂ ਮਨੋਂ ਬਣਾ ਕੇ ਇਹ ਗੱਲਾਂ ਕਰ ਰਹੀ ਹਾਂ। ਬਾਈ ਚੰਗਾ ਕੰਮ ਕਰ ਰਹੇ ਨੇ ਤੇ ਕਰ ਰਹੇ ਨੇ। ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਡਿਫਰੈਂਟ ਤਰੀਕੇ ਦਾ ਮਾਹੌਲ ਹੈ ਅੱਜ। ਮੈਨੂੰ ਲੱਗਦਾ ਵੀ ਅੱਜ ਜਿਹੜੇ ਆ ਰਿਸ਼ਵਤਖੋਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਥੋੜ੍ਹੀਆਂ ਕਿਸੇ ਸਿਫਾਰਸ਼ਾਂ ਦੇ ਨਾਲ ਉਹ ਚੀਜ਼ਾਂ ਨਹੀਂ ਹੁੰਦੀਆਂ, ਥੋੜ੍ਹੀਆਂ ਬਹੁਤੀਆਂ ਅੱਗੇ ਨਾਲੋਂ ਸੁਧਾਰ ਆਇਆ ਅੱਗੇ। ਹਜੇ ਸਰਕਾਰ ਬਣੀ ਨੂੰ ਕਿੰਨਾ ਟਾਈਮ ਹੋਇਆ? 6 ਮਹੀਨੇ ਹੋਏ ਨਹੀਂ ਆ, ਰਾਈਟ? ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ 6 ਮਹੀਨੇ। ਉਹਨਾਂ ਦੀ 70 ਸਾਲ ਤੋਂ ਆਉਣ ਜਾਣ ਡਈ ਸੀਗੀ ਤੇ ਵਿਰੋਧੀਆਂ ਨੂੰ ਕਿੱਥੋਂ ਹਜਮ ਹੋ ਜੂਗੀ? ਪਹਿਲੀ ਵਾਰੀ ਉਹ ਸੱਤਾ 'ਚ ਨਹੀਂ ਹੈਗੇ, ਘਰ ਬੈਠੇ ਨੇ। ਕੋਈ ਨਾ ਕੋਈ ਤੇ ਉਹਨਾਂ ਨੂੰ ਚਾਹੀਦਾ ਨਾ ਮਸਾਲਾ ਦੂਜੇ ਬਾਰੇ ਬੋਲਣਾ। ਤੇ ਮੇਰੀ ਗੱਲ ਵੇਖੋ, ਮੈਂ ਤੇ ਕਿਸੇ ਪੋਲੀਟੀਕਲ ਪਾਰਟੀ, ਮੈਂ ਤੁਹਾਨੂੰ ਦੱਸਾਂ ਨਾ, ਮੈਂ ਕਿਸੇ ਪੋਲੀਟੀਕਲ ਪਾਰਟੀ 'ਚ ਹਾਂ ਰਾਈਟ ਨਾਓ, ਔਰ ਨਾ ਹੀ ਮੇਰੇ ਵਾਸਤੇ ਤੇ ਸਾਰੇ ਇੱਕੋ ਜੇ। ਮੈਨੂੰ ਜੇ ਉਹ ਗਲਤ ਕਰੂਗਾ ਮੈਂ ਉਹਦੇ ਖਿਲਾਫ ਬੋਲੂੰਗੀ, ਜੇ ਕੋਈ ਸਹੀ ਕਹੂਗਾ ਮੈਂ। ਹੁਣ ਕਾਂਗਰਸ ਨੇ ਇੰਡੀਆ ਰਾਈਜ਼ਿੰਗ ਟੈਲੈਂਟ ਕੀਤਾ ਸੀਗਾ, ਉੱਥੇ ਟੈਲੈਂਟ ਨੂੰ ਸਪੋਰਟ ਕੀਤਾ ਸੀਗਾ, ਮੈਂ ਉਹਨਾਂ ਨੂੰ ਸਪੋਰਟ ਕੀਤੀ ਸੀਗੀ। ਇਹ ਥੋੜਾ ਮਤਲਬ ਆ ਵੀ ਮੈਂ ਜਿਹੜਾ ਬੰਦਾ ਸਹੀ ਕਰੂਗਾ ਉਹਦੇ ਨਾਲ ਆ, ਜਿਹੜਾ ਗਲਤ ਕਰੂਗਾ ਉਹ ਗਲਤ ਆ। ਮਾਨ ਸਾਹਿਬ ਨੂੰ ਮਿਲਣ ਜਾਓਗੇ, ਗੁਰਦਾਸ ਮਾਨ ਸਾਹਿਬ ਨੂੰ? ਦੇਖੋ ਮੇਰੀ ਗੱਲ ਸੁਣੋ, ਮੈਂ ਉਹਨਾਂ ਨੂੰ ਮਿਲਣ ਵਾਸਤੇ, ਜੇ ਉਹ ਇੱਥੇ ਪੰਜਾਬ ਹੋਣਗੇ ਪੱਕਾ ਮਿਲਣ ਵਾਸਤੇ ਜਾਊਂਗੀ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਬਟ ਬਾਕੀ ਮੇਰੀ ਇਹੀ ਹੈ ਕਿ ਮਾਨ ਸਾਹਿਬ ਦੇ ਨਾਲ ਅਸੀਂ ਖੜੇ ਹਾਂ ਤੇ ਹਮੇਸ਼ਾ ਖੜੇ ਰਵਾਂਗੇ। ਖੜੇ ਰਹੋਗੇ ਜਦੋਂ ਵੀ ਕੋਈ ਹੋਵੇਗਾ ਤਾਂ ਵੀ ਉਹਨਾਂ ਨਾਲ ਖੜੇ? ਆਫ ਕੋਰਸ। ਬਟ ਇਸ ਵਾਰ ਦਾ ਗੀਤ, ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਲਾਉਂਗਾ, ਇਸ ਵਾਰ ਦਾ ਗੀਤ ਮਾਨ ਸਾਹਿਬ ਦਾ ਕਾਫੀ ਜਿਹੜਾ ਨਾ ਉਹ ਦਿਲੋਂ ਸੀ ਬੋਲਦੇ ਪਏ ਸੀ ਕਿ ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਨੇ ਉਹ ਗਾਣੇ 'ਚ ਫਿਲਮਾਂਕਨ ਕੀਤਾ। ਬਿਲਕੁਲ ਸਹੀ ਕਿਹਾ ਉਹਨਾਂ ਨੇ ਗੁੱਸਾ ਉਹ ਵਿਖਾਇਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਕਿਸੇ ਦੇ ਉੱਤੇ ਵਾਰ ਕਰਦਾ ਹੈ ਤੇ ਜਦੋਂ ਕਿਸੇ ਨੂੰ ਤੁਸੀਂ ਪ੍ਰਵੋਕ ਕਰਦੇ ਹੋ ਤੇ ਅਗਲਾ ਬੰਦਾ ਗੁੱਸਾ ਆਪਾਂ ਤੇ ਖੋ ਹੀ ਲੈਂਦਾ ਹੈ ਨਾ। ਉਹ ਰੱਬ ਥੋੜਾ ਨੇ, ਉਹ ਵੀ ਇਨਸਾਨ ਨੇ। ਵੀ ਤੂੰ ਉਹ ਵਿਚਾਰਾ, ਯਾਰ ਤੁਸੀਂ ਮਾਨ ਸਾਹਿਬ ਨੂੰ ਕਦੀ ਮਿਲੇ ਹੋ? ਇੰਨੇ ਹਲੀਮੀ ਵਾਲੇ, ਇੰਨੇ ਸ਼ਾਂਤ, ਇੰਨੇ ਚੰਗੇ ਇਨਸਾਨ ਯਾਰ, ਹੱਥ ਜੋੜ ਕੇ ਯੂ ਨੋ ਵਾਟ, ਮਤਲਬ ਵਿਰੋਧ ਪਤਾ ਨਹੀਂ ਯਾਰ। ਮੈਂ ਉਸ ਇਨਸਾਨ ਨੂੰ ਜੇ ਗੁੱਸਾ ਆਇਆ ਹੋਊਗਾ ਨਾ, ਪਤਾ ਨਹੀਂ ਕਿੰਨਾ ਕੁ ਜ਼ਿਆਦਾ ਪ੍ਰਵੋਕ ਕੀਤਾ ਹੋਊਗਾ, ਇਸ ਕਰਕੇ ਗੁੱਸਾ ਆਇਆ ਹੋਊਗਾ। ਅਦਰਵਾਈਜ਼ ਕਿ ਉਸ ਇਨਸਾਨ ਨੂੰ ਗੁੱਸਾ ਨਹੀਂ ਆ ਸਕਦਾ। ਸਾਡੇ ਵਰਗਿਆਂ ਨੂੰ ਤੇ ਗੁੱਸਾ ਮੈਨੂੰ ਤੇ ਝੱਟ ਆ ਜਾਂਦਾ ਜੇ ਮੈਨੂੰ ਕੋਈ ਪ੍ਰਵੋਕ ਕਰੇ ਤੇ, ਬਿਕਾਜ਼ ਮੇਰੇ ਵਿੱਚ ਇੰਨੀ ਜ਼ਿਆਦਾ ਉਹ ਨਹੀਂ ਹੈਗੀ। ਉਹ ਗਲਤ ਲੋਕਾਂ ਨੂੰ ਸਜ਼ਾ ਕੌਣ ਦੇਵੇਗਾ ਜਿਹੜੇ ਲੋਕ ਗਲਤ ਤੁਸੀਂ ਕਹਿ ਰਹੇ ਹੋ? ਪਰਮਾਤਮਾ ਆਪੇ ਦੇ ਦੂਗਾ ਕਰਮ। ਇੱਥੇ ਹਰ ਕੋਈ ਆਪਣੇ ਆਪਣੇ ਕਰਮ ਕਮਾਉਣ ਆਉਂਦਾ ਆ। ਜਿਹੜਾ ਗਲਤ ਕਰੂਗਾ ਆਪੇ ਭੁਗਤੂਗਾ। ਮੈਂ ਕੌਣ ਹੁੰਦੀ ਸਜ਼ਾ ਦੇਣ ਵਾਲੀ, ਜਾਂ ਤੁਸੀਂ ਕੌਣ ਹੁੰਦੇ, ਜਾਂ ਕੋਈ ਹੋਰ ਕੌਣ ਹੁੰਦਾ ਆ? ਮੈਂ ਤੇ ਜਿਹੜੇ ਆ ਸਾਰੀਆਂ ਗੱਲਾਂ ਮੈਨੂੰ ਗਾਲਾਂ ਕੱਢਦੇ ਆ, ਬੋਲਦੇ ਆ, ਇਹ ਆਪਣੇ ਮੂੰਹ 'ਚੋਂ ਗੰਦੀ ਸ਼ਬਦਾਵਲੀ ਕੱਢ ਕੇ ਆਪਣਾ ਆਪ ਗੰਦਾ ਕਰ ਰਹੇ ਨੇ, ਆਪਣੀ ਨੈਗੇਟਿਵਿਟੀ, ਨੈਗੇਟਿਵ ਵਾਈਬਸ ਲੈ ਕੇ ਆ ਰਹੇ ਨੇ। ਮੈਨੂੰ ਤੇ ਕੋਈ ਫਰਕ ਨਹੀਂ ਪੈਂਦਾ, ਮੈਂ ਤੇ ਉਸ ਅਕਾਲ ਪੁਰਖ ਨੂੰ ਜਾਣ ਦੇਣੀ ਹੈ। ਐਂਡ ਆਫ ਦਾ ਡੇ ਮੈਨੂੰ ਨਹੀਂ ਇਹ ਗੱਲਾਂ ਦੀ ਕੋਈ ਪਰਵਾਹ ਹੈ। ਐਸਨ ਸੋਨੀਆ ਮਾਨ ਜਿਹਨਾਂ ਨਾਲ ਅਸੀਂ ਚਰਚਾ ਕੀਤੀ ਹੈ, ਕਿਉਂਕਿ ਗੁਰਦਾਸ ਮਾਨ ਦਾ ਜਿਹੜਾ ਗੀਤ ਸੀ, ਇਹਨਾਂ ਨੇ ਕਿਹਾ ਕਿ ਮੈਂ ਸਪੋਰਟ ਕਰਦੇ ਹਾਂ ਗੁਰਦਾਸ ਮਾਨ ਸਾਹਿਬ ਨੂੰ, ਕਿਉਂਕਿ ਗੁਰਦਾਸ ਮਾਨ ਸਾਹਿਬ ਇੱਕ ਵੱਡੀ ਸ਼ਖਸੀਅਤ ਨੇ ਤੇ ਅਗਰ ਉਹਨਾਂ ਨੂੰ ਗੁੱਸਾ ਆਇਆ ਤਾਂ ਯਕੀਨਨ ਕੁਝ ਗਲਤ ਹੋਇਆ ਹੋਵੇਗਾ। ਤਾਂ ਉਹਨਾਂ ਨੇ ਕਿਹਾ ਕਿ ਅੱਜ ਕੁਝ ਰਾਜਨੀਤਿਕ ਪਾਰਟੀਆਂ ਦੇ ਜਿਹੜੇ IT ਸੈਲਸ ਜਾਂ ਕੁਝ ਏਜੰਸੀਜ਼ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਉਹਨਾਂ ਦਾ ਕੰਮ ਸਿਰਫ ਵਿਰੋਧ ਕਰਨਾ ਹੈ, ਲੇਕਿਨ ਕਿਸੇ ਦੀ ਇੰਟਰਨਲੀ ਕਿਸੇ ਦੇ ਖਿਲਾਫ ਇਸ ਤਰ੍ਹਾਂ ਬੋਲਣਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ। ਨਾਲ ਉਹਨਾਂ ਕਿਹਾ ਕਿ ਗੁਰਦਾਸ ਮਾਨ ਸਾਹਿਬ ਇੱਕ ਸੱਚੇ ਇਨਸਾਨ ਨੇ ਔਰ ਉਹਨਾਂ ਦੀ ਰਿਸਪੈਕਟ ਕਰਦੇ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।